ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਸੰਤੋਖ ਸਿੰਘ ਧੀਰ ਦੁਆਰਾ ਰਚਿਤ ਕਵਿਤਾ ਮਈ ਦਿਨ ਦੇ ਭਾਗ 2 ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਸੰਤੋਖ ਸਿੰਘ ਧੀਰ ਨੇ ਇਸ ਕਵਿਤਾ, ਜਿਸ ਦਾ ਸਿਰਲੇਖ ਹੈ ਮਈ ਦਿਨ, ਜਿਸ ਦੀ ਪਿਛਲੀ ਵੀਡੀਓ ਭਾਗ 1 ਦੇ ਵਿੱਚ ਅਸੀਂ ਦਰਸਾਇਆ ਸੀ ਜਾਂ ਦੱਸਿਆ ਸੀ ਕਿ ਕਿਸ ਤਰ੍ਹਾਂ ਇਸ ਕਵਿਤਾ ਦੇ ਵਿੱਚ ਸੰਤੋਖ ਸਿੰਘ ਧੀਰ ਨੇ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ 1 ਮਈ 1886 ਈਸਵੀ ਨੂੰ ਵਾਪਰਨ ਵਾਲੀ ਇਸ ਘਟਨਾ ਦੇ ਵਿੱਚ ਜੋ ਹੈ ਕਿਸ ਤਰ੍ਹਾਂ ਮਜ਼ਦੂਰ ਵਰਗ ਜੋ ਸੀ ਉਹ ਸਮੂਹਿਕ ਰੂਪ ਦੇ ਵਿੱਚ ਸ਼ਿਕਾਗੋ ਸ਼ਹਿਰ ਵੱਲ ਨੂੰ ਚਾਲੇ ਪਾ ਦਿੰਦਾ ਹੈ। ਸ਼ਿਕਾਗੋ ਸ਼ਹਿਰ ਜੋ ਕਿ ਇੱਕ ਮਿਥੀ ਹੋਈ ਜਗ੍ਹਾ ਸੀ, ਜਿੱਥੇ ਉਹਨਾਂ ਨੇ ਆਪਣੇ ਉਸ ਸੰਘਰਸ਼ ਦਾ, ਉਸ ਹੜਤਾਲ ਦਾ ਜੋ ਸੀ ਆਗਾਜ਼ ਕਰਨਾ ਸੀ। ਔਰ ਇਹ ਦਿਨ ਜੋ ਹੈ ਜਾਂ ਇਸ ਇਤਿਹਾਸਕ ਦਿਨ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਹਰ ਮੁਲਕ ਦੇ ਵਿੱਚ ਮਜ਼ਦੂਰਾਂ ਨੇ ਕਿਸੇ ਤਰ੍ਹਾਂ ਦੇ ਆਪਣੇ ਕੰਮ ਨੂੰ ਹੱਥ ਨਹੀਂ ਸੀ ਲਾਇਆ ਔਰ ਉਸ ਹੜਤਾਲ ਦਾ ਸਮਰਥਨ ਕੀਤਾ ਸੀ। ਔਰ ਉਸ ਸਮੂਹਿਕ ਹੜਤਾਲ ਨੂੰ ਜਾਂ ਮਜ਼ਦੂਰ ਸੰਗਠਨਾਂ ਦੇ ਉਸ ਏਕੇ ਨੂੰ ਵੇਖ ਕੇ, ਜੋ ਕਿ ਪੂੰਜੀਵਾਦ ਦੇ ਨਿਜ਼ਾਮ ਦੇ ਖਿਲਾਫਤ ਵਜੋਂ ਉਹਨਾਂ ਤੋਂ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਇਹ ਸੰਘਰਸ਼ ਜੋ ਆਰੰਭਿਆ ਗਿਆ ਸੀ, ਇਸ ਸੰਘਰਸ਼ ਨੂੰ ਦੇਖਦਿਆਂ ਹੋਇਆਂ ਜਾਂ ਕਿਰਤੀ ਵਰਗ ਦੇ ਉਸ ਏਕੇ ਨੂੰ ਵੇਖਦਿਆਂ ਹੋਇਆਂ ਪੂੰਜੀਪਤਵਾਦੀ ਨਿਜ਼ਾਮ ਜੋ ਸੀ ਉਹ ਬੌਖਲਾ ਜਾਂਦਾ ਹੈ ਔਰ ਉਸ ਹੜਤਾਲ ਨੂੰ ਅਸਫਲ ਕਰਨ ਦੇ ਲਈ ਹਰ ਹੀਲਾ ਵਰਤਦਾ ਹੈ, ਕੋਸ਼ਿਸ਼ ਕਰਦਾ ਹੈ। ਅਤੇ ਅੰਤ ਜੋ ਹੈ ਕਿਸ ਤਰ੍ਹਾਂ ਇਸ ਹੜਤਾਲ ਨੂੰ ਖ਼ਤਮ ਕਰਨ ਦੇ ਲਈ ਜੋ ਹੈ ਉਹ ਤਸ਼ੱਦਦ 'ਤੇ ਉਤਰ ਆਉਂਦਾ ਹੈ, ਇਸ ਦਾ ਜ਼ਿਕਰ ਅਸੀਂ ਭਾਗ 2 ਦੇ ਵਿੱਚ ਕਰਾਂਗੇ। ਕਵੀ ਕਹਿ ਰਿਹਾ ਹੈ ਕਿ ਜੁੜ ਗਏ ਕਾਮੇ ਕਣੇ ਘਣੇ ਘਨੇਰੇ, ਕਿ ਉਸ ਸਮੂਹਿਕ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜੁੜ ਗਏ, ਇਕੱਠੇ ਹੋ ਕੇ ਆ ਗਏ ਕਾਮੇ, ਮਜ਼ਦੂਰ, ਕਿਰਤੀ, ਕਿਸਾਨ, ਘਣੇ ਘਨੇਰੇ, ਬਹੁਤ ਹੀ ਵੱਧ ਸੰਖਿਆ ਦੇ ਵਿੱਚ, ਸਿਰ 'ਤੇ ਬੰਨ੍ਹ ਕਿਰਨਾਂ ਦੇ ਸਿਰੇ, ਉਹਨਾਂ ਦੇ ਸਿਰਾਂ ਦੇ ਉੱਤੇ ਕਿਰਨਾਂ ਦੇ ਸਿਰੇ, ਭਾਵ ਇੱਕ ਵਿਚਾਰਧਾਰਕ ਜੋ ਜਾਗ੍ਰਿਤੀ ਆਈ ਸੀ ਔਰ ਉਸ ਜਾਗ੍ਰਿਤੀ ਸਦਕਾ ਉਹਨਾਂ ਦੇ ਹਿਰਦਿਆਂ ਦੇ ਵਿੱਚ ਜੋ ਗਿਆਨ ਦਾ ਪ੍ਰਕਾਸ਼ ਪੈਦਾ ਹੋਇਆ ਸੀ, ਉਸ ਗਿਆਨ ਦੇ ਪ੍ਰਕਾਸ਼ ਨੇ ਉਹਨਾਂ ਦੇ ਵਿੱਚ ਇੱਕ ਆਤਮ ਵਿਸ਼ਵਾਸ ਦੇ ਭਾਵ ਪੈਦਾ ਕੀਤੇ ਔਰ ਉਸ ਆਤਮ ਵਿਸ਼ਵਾਸ ਦਾ ਜੋ ਨੂਰ ਸੀ ਉਹ ਉਹਨਾਂ ਦੇ ਚਿਹਰਿਆਂ ਦੇ ਉੱਤੇ ਚਮਕ ਰਿਹਾ ਸੀ। ਕਵੀ ਕਹਿ ਰਿਹਾ ਕਿ ਉਹ ਲੋਕ ਸਿਰ 'ਤੇ ਜਾਗ੍ਰਿਤੀ ਰੂਪੀ ਵਿਚਾਰਾਂ ਦੇ, ਜਾਗਰੂਕਤਾ ਦੇ ਸਿਰੇ ਬੰਨ੍ਹ ਕੇ ਢੁੱਕੇ ਸਨ, ਇਕੱਠੇ ਹੋ ਕੇ ਆਏ ਸਨ। ਤੁਰ ਪਏ ਸ਼ੈਲ ਛਬੀਲੇ ਗੱਭਰੂ, ਕਿਉਂਕਿ ਵਿਸ਼ਵ ਭਰ ਦਾ ਜੋ ਸ਼ੈਲ ਛਬੀਲਾ ਭਾਵ ਨੌਜਵਾਨ ਵਰਗ ਸੀ, ਇਸ ਹੜਤਾਲ ਦੇ ਸਮਰਥਨ ਦੇ ਲਈ, ਇਸ ਹੜਤਾਲ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸਮੂਹਿਕ ਰੂਪ ਦੇ ਵਿੱਚ ਆਇਆ ਸੀ ਜਾਂ ਸ਼ਾਮਿਲ ਹੋਇਆ ਸੀ। ਜਿਕਣ ਹੁਮ ਹੁਮਾ ਕੇ ਜੰਨਾਂ ਚੜ੍ਹਦੀਆਂ, ਜਿਸ ਤਰ੍ਹਾਂ ਜੰਝ ਦੇ ਵਿੱਚ, ਜਾਨਾਂ ਤੋਂ ਭਾਵ ਹੈ ਜੰਝ, ਬਰਾਤ, ਜਿਸ ਤਰ੍ਹਾਂ ਬਰਾਤ ਦੇ ਵਿੱਚ ਨੌਜਵਾਨ ਜਿਹੜੇ ਹਨ ਬੜੇ ਚਾਵਾਂ ਦੇ ਨਾਲ ਖੁਸ਼ੀ ਹੁਮ ਹੁਮਾ ਕੇ ਭਾਵ ਇਕੱਠੇ ਹੋ ਕੇ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਜਾਣਾ ਚਾਹੁੰਦੇ ਹਨ, ਠੀਕ ਇਸੇ ਤਰ੍ਹਾਂ ਜੋ ਹਰ ਮੁਲਕ ਦਾ ਯੁਵਾ ਵਰਗ ਸੀ ਉਹ ਬੜਾ ਹੁਮ ਹੁਮਾ ਕੇ ਇਸ ਹੜਤਾਲ ਦੇ ਵਿੱਚ ਇਸ ਤਰ੍ਹਾਂ ਸ਼ਾਮਿਲ ਹੋਇਆ ਸੀ ਜਿਸ ਤਰ੍ਹਾਂ ਉਹ ਬਰਾਤੇ ਜਾ ਰਿਹਾ ਹੋਵੇ। ਤੱਕ ਜਲੂਸ ਤੇ ਜੌਬਨ ਆਇਆ, ਹਾਕਮ ਟੋਲਾ ਸੀ ਘਬਰਾਇਆ। ਇਸ ਤਰ੍ਹਾਂ ਉਹਨਾਂ ਕਿਰਤੀਆਂ ਕਿਸਾਨਾਂ ਦੇ ਉਸ ਸੰਘਰਸ਼ ਨੂੰ, ਉਸ ਹੜਤਾਲ ਨੂੰ, ਉਸ ਜਲੂਸ ਨੂੰ ਜੋ ਨਿਰੰਤਰ ਵੱਧਦਾ ਹੀ ਜਾ ਰਿਹਾ ਸੀ, ਜੌਬਨ ਤੇ ਭਾਵ ਪੂਰੇ ਯੌਬਨ ਵੱਲ ਨੂੰ, ਸਿਖਰ ਵੱਲ ਨੂੰ ਵੱਧਦਾ ਜਾ ਰਿਹਾ ਸੀ, ਉਹਨਾਂ ਦੇ ਉਸ ਸੰਘਰਸ਼ ਦੇ ਸਿਖਰ ਨੂੰ ਵੇਖ ਕੇ ਹਾਕਮ ਟੋਲਾ ਜੋ ਪੂੰਜੀਪਤੀ ਵਰਗ ਸੀ ਜਾਂ ਪੂੰਜੀਵਾਦੀ ਨਿਜ਼ਾਮ ਸੀ, ਸਾਮਰਾਜੀ ਸ਼ਕਤੀਆਂ ਜੋ ਸਨ ਉਹ ਘਬਰਾ ਗਈਆਂ ਸਨ, ਉਹਨਾਂ ਦੇ ਹੌਸਲੇ ਪਸਤ ਹੋ ਰਹੇ ਸਨ, ਕਿਉਂਕਿ ਉਹ ਇਸ ਲਈ ਘਬਰਾ ਰਹੇ ਸਨ ਕਿ ਜੇਕਰ ਵਿਸ਼ਵ ਭਰ ਦਾ ਮਜ਼ਦੂਰ ਵਰਗ ਜੋ ਹੈ ਇਕੱਠਾ ਹੋ ਕੇ ਇਸ ਤਰ੍ਹਾਂ ਆਪਣੇ ਹੱਕਾਂ ਲਈ ਖੜ੍ਹਾ ਹੋ ਗਿਆ ਤਾਂ ਉਹਨਾਂ ਦਾ ਜੋ ਯਾਨੀ ਕਿ ਉਹਨਾਂ ਦੇ ਹਿੱਤ ਜਿਹੜੇ ਹਨ, ਜਿਸ ਤਰ੍ਹਾਂ ਉਹ ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਦੇ ਉੱਤੇ ਡਾਕੇ ਮਾਰ ਕੇ ਆਪਣੇ ਘਰ ਭਰਦੇ ਜਾ ਰਹੇ ਸਨ, ਇੱਕ ਤਰ੍ਹਾਂ ਉਹਨਾਂ ਨੂੰ ਆਪਣੇ ਘਰ 'ਤੇ ਜੋ ਹੈ ਹੁਣ ਸੇਂਧ ਵੱਜਦੀ ਨਜ਼ਰ ਆ ਰਹੀ ਸੀ, ਭਾਵ ਉਹਨਾਂ ਦੇ ਪੈਰ ਥਿੜਕਦੇ ਉਹਨਾਂ ਨੂੰ ਮਹਿਸੂਸ ਹੋ ਰਹੇ ਸਨ। ਆ ਗਈ ਫੌਜ ਅਮਨ ਦੀ ਰਾਖੀ, ਅਤੇ ਅੰਤ ਜੋ ਹੈ ਉਹਨਾਂ ਨੇ ਉਸ ਸ਼ਾਂਤਮਈ ਜਲੂਸ ਨੂੰ ਭੰਗ ਕਰਨ ਦੇ ਲਈ, ਖ਼ਤਮ ਕਰਨ ਦੇ ਲਈ
ਆ ਗਈ ਫੌਜ ਅਮਨ ਦੀ ਰਾਖੀ, ਕਿਉਂਕਿ ਉਹ ਧਨਾੜ ਸਨ, ਪੂੰਜੀਪਤੀ ਸਨ, ਸ਼ਾਸਨ ਵਿਵਸਥਾ ਉਹਨਾਂ ਦੇ ਹੱਥਾਂ ਦੇ ਵਿੱਚ ਸੀ, ਨਿਜ਼ਾਮ ਤੇ ਉਹ ਕਾਬਿਜ਼ ਸਨ। ਇਸ ਲਈ ਉਹਨਾਂ ਨੇ ਫੌਜ ਨੂੰ ਬੁਲਾ ਕੇ ਉਸ ਜਲੂਸ ਨੂੰ ਖੇਰੂ ਖੇਰੂ ਕਰਨ ਦਾ ਆਦੇਸ਼ ਦਿੱਤਾ। ਇੱਥੇ ਕਵੀ ਨੇ ਅਮਨ ਸ਼ਬਦ ਜਿਹੜਾ ਹੈ ਇਹ ਕਾਮਰਸ ਦੇ ਵਿੱਚ ਹੈ। ਅਮਨ ਦੀ ਰਾਖੀ ਬੜੇ ਪ੍ਰਤੀਕਾਤਮਕ ਰੂਪ ਦੇ ਵਿੱਚ, ਵਿਅੰਗਾਤਮਕ ਰੂਪ ਦੇ ਵਿੱਚ ਵਰਤਿਆ ਹੈ ਕਿ ਜੋ ਦੇਸ਼ਾਂ ਦੀਆਂ ਫੌਜਾਂ ਹੁੰਦੀਆਂ ਹਨ, ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਲਈ ਹੁੰਦੀਆਂ ਹਨ, ਦੇਸ਼ ਵਾਸੀਆਂ ਦੀ ਰਾਖੀ ਦੇ ਲਈ, ਸੁਰੱਖਿਆ ਦੇ ਲਈ ਔਰ ਦੇਸ਼ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਹੁੰਦੀਆਂ ਹਨ। ਪਰ ਇਸ ਜੋ ਕਿਰਤੀ ਕਿਸਾਨ ਵਰਗ ਦਾ ਇਹ ਅੰਦੋਲਨ ਸੀ, ਇਸ ਨੂੰ ਖਤਮ ਕਰਨ ਦੇ ਲਈ ਪੂੰਜੀਪਤੀਵਾਦੀ ਨਿਜ਼ਾਮ ਨੇ ਜੋ ਸੀ ਅਮਨ ਦੀ ਰਾਖੀ ਫੌਜ ਨੂੰ ਜੋ ਹੈ ਇਹਨਾਂ ਅਮਨ ਪਸੰਦ ਲੋਕਾਂ ਦੇ ਉੱਤੇ ਪਹਿਰੇ ਵਜੋਂ ਸਥਾਪਿਤ ਕਰ ਦਿੱਤਾ ਜਾਂ ਲਾ ਦਿੱਤਾ। ਤਣ ਗਈਆਂ ਬੰਦੂਕਾਂ, ਕਿਰਚਾਂ ਲਿਸ਼ਕੀਆਂ ਔਰ ਉਸ ਫੌਜ ਨੇ ਪੂੰਜੀਪਤੀ ਨਿਜ਼ਾਮ ਦੁਆਰਾ ਦਿੱਤੇ ਗਏ ਹੁਕਮ ਦੀ ਬਦੌਲਤ ਜੋ ਆਪਣੇ ਹਥਿਆਰ ਸਨ, ਆਪਣੀਆਂ ਬੰਦੂਕਾਂ ਸਨ, ਉਹਨਾਂ ਨੂੰ ਯਾਨੀ ਕਿ ਉਹ ਲਿਸ਼ਕ ਪਈਆਂ, ਭਾਵ ਉਹ ਪੂਰੇ ਜਲਾਉ ਦੇ ਵਿੱਚ ਆ ਗਈਆਂ ਜਾਂ ਉਹਨਾਂ ਨੂੰ ਵਰਤੋਂ ਕਰਨ ਦੇ ਲਈ ਤਿਆਰ ਹੋ ਗਏ। ਵਧੇ ਜਾਣ ਜ਼ਿੰਦਗੀ ਦੇ ਲਾੜੇ, ਰੋਕਣ ਰਸਤੇ ਰਾਕਸ਼ ਗਾੜੇ। ਪਰ ਜੋ ਜ਼ਿੰਦਗੀ ਦੇ ਲਾੜੇ ਭਾਵ ਕਿਰਤੀ ਵਰਗ ਦਾ ਜੋ ਸੰਘਰਸ਼ ਸੀ ਜਾਂ ਉਹਨਾਂ ਦਾ ਏਕਾ ਸੀ, ਉਸ ਦੀ ਬਦੌਲਤ ਉਹ ਬਿਨਾਂ ਘਬਰਾਇਆਂ ਉਹ ਨਿਰੰਤਰ ਅੱਗੇ ਹੀ ਅੱਗੇ ਵੱਧਦੇ ਜਾ ਰਹੇ ਸਨ ਆਪਣੀ ਮੰਜ਼ਿਲ ਵੱਲ ਨੂੰ। ਉਹਨਾਂ ਦੀ ਮੰਜ਼ਿਲ ਕੀ ਸੀ? ਆਪਣੇ ਹੱਕਾਂ ਦੀ ਪ੍ਰਾਪਤੀ ਹੀ ਉਹਨਾਂ ਦਾ ਇੱਕੋ ਇੱਕ ਟੀਚਾ ਸੀ, ਇੱਕੋ ਇੱਕ ਮਕਸਦ ਸੀ। ਉਸ ਨੂੰ ਪ੍ਰਾਪਤ ਕਰਨ ਦੇ ਲਈ ਉਹ ਕਿਸੇ ਤਰ੍ਹਾਂ ਦੇ ਵੀ ਜੋ ਨਿਜ਼ਾਮ ਦੁਆਰਾ ਕੀਤੇ ਜਾ ਰਹੇ ਉਪਰਾਲੇ ਸਨ ਉਹਨਾਂ ਤੋਂ ਘਬਰਾ ਨਹੀਂ ਸਨ ਰਹੇ ਔਰ ਨਿਰੰਤਰ ਅੱਗੇ ਵੱਧਦੇ ਜਾ ਰਹੇ ਸਨ। ਰੋਕਣ ਰਸਤੇ ਰਾਕਸ਼ ਗਾੜੇ, ਭਾਵ ਇਹ ਨਿਜ਼ਾਮ ਰੂਪੀ ਰਾਖਸ਼ ਜੋ ਸੀ, ਸੌੜੀ ਸੋਚ ਵਾਲੇ ਜੋ ਪੂੰਜੀਪਤੀ ਸਨ, ਉਹ ਭਾਵੇਂ ਕਿੰਨੀ ਵੀ ਸੰਖਿਆ ਦੇ ਵਿੱਚ ਸਨ, ਭਾਵੇਂ ਉਹਨਾਂ ਦੇ ਕਿੰਨੇ ਰਾਹ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ, ਉਹ ਸਫਲ ਨਹੀਂ ਸਨ ਹੋ ਸਕਦੇ, ਕਿਉਂਕਿ ਚਾਨਣ ਅੱਗੇ ਅੜਨ ਹਨੇਰੇ। ਕਦੀ ਚਾਨਣ ਜਿਹੜਾ ਹੈ ਉਸ ਦੇ ਅੱਗੇ ਹਨੇਰਾ ਖੜ ਸਕਦਾ ਹੈ, ਭਾਵ ਜਦੋਂ ਦਿਨ ਚੜ੍ਹਦਾ ਹੈ ਤੇ ਰਾਤ ਦਾ ਹਨੇਰਾ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਰਾਤ ਦਾ ਹਨੇਰਾ ਕਦੇ ਵੀ ਦਿਨ ਨੂੰ ਚੜ੍ਹਨ ਤੋਂ ਰੋਕ ਨਹੀਂ ਸਕਦਾ। ਠੀਕ ਇਸੇ ਤਰ੍ਹਾਂ ਜੋ ਅਗਿਆਨਤਾ ਰੂਪੀ ਹਨੇਰਾ ਹੈ, ਉਹ ਵਿਚਾਰਾਂ ਦੀ ਜਾਗਰੂਕਤਾ ਨੂੰ ਜੋ ਹੈ ਕਦੇ ਵੀ ਖਤਮ ਨਹੀਂ ਕਰ ਸਕਦਾ ਜਾਂ ਉਸ ਦਾ ਮੂੰਹ ਮੋੜ ਨਹੀਂ ਸਕਦਾ। ਕਿਸ ਨੇ ਡੱਕ ਰਖਾਈਆਂ ਪੌਵਾਂ ਫੁੱਟਦੀਆਂ, ਕਵੀ ਕਹਿ ਰਿਹਾ ਹੈ ਕਿ ਕਦੇ ਕੋਈ ਪੌ ਫੁਟਾਲੇ ਨੂੰ ਵੀ ਰੋਕ ਸਕਿਆ ਹੈ। ਭਾਵ ਗਿਆਨ ਜੋ ਹੈ ਉਹ ਜਦੋਂ ਮਨੁੱਖ ਦੇ ਹਿਰਦੇ ਵਿੱਚ ਪੈਦਾ ਹੋ ਜਾਂਦਾ ਹੈ ਤੇ ਉਸ ਨੂੰ ਫੈਲਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਇਸ ਲਈ ਇਹ ਜੋ ਕਿਰਤੀ ਕਿਸਾਨ ਵਰਗ ਦਾ ਸੰਘਰਸ਼ ਸੀ, ਉਹ ਜੋ ਸੀ ਗਿਆਨ ਦਾ ਸੂਚਕ ਸੀ। ਉਹ ਨਿਰੰਤਰ ਜਾਗਰੂਕ ਹੋ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਲਈ ਅੱਗੇ ਵੱਧਦੇ ਜਾ ਰਹੇ ਸਨ ਔਰ ਉਹਨਾਂ ਦੇ ਇਸ ਸੰਘਰਸ਼ ਦੇ ਅੱਗੇ ਪੂੰਜੀਵਾਦੀ ਨਿਜ਼ਾਮ ਦਾ ਕੋਈ ਵੀ ਜੋ ਢੰਗ ਤਰੀਕਾ ਸੀ ਉਹ ਸਫਲ ਨਹੀਂ ਸੀ ਹੋ ਸਕਦਾ। ਦੀਵਾ ਜਦ ਬੁੱਝਣ 'ਤੇ ਆਂਦਾ, ਅੰਤ ਘੜੀ ਹੈ ਫੜ ਲਟਣ ਦਾ। ਕਵੀ ਨੇ ਇਹਦੇ ਵਿੱਚ ਇੱਕ ਆਮ ਸੱਚਾਈ ਨੂੰ ਬਿਆਨ ਕੀਤਾ ਹੈ ਕਿ ਜਦੋਂ ਵੀ ਦੀਵਾ ਜੋ ਹੈ ਬੁੱਝਣ 'ਤੇ ਆਉਂਦਾ ਹੈ ਤੇ ਅੰਤ ਵੇਲੇ ਉਹਦੀ ਜੋਤਨਾ ਵੱਧ ਜਾਂਦੀ ਹੈ। ਭਾਵ ਜਦੋਂ ਕੋਈ ਵੀ ਨਿਜ਼ਾਮ ਖਤਮ ਹੋਣ 'ਤੇ ਆਉਂਦਾ ਹੈ ਤੇ ਉਹ ਆਪਣੀ ਸ਼ਕਤੀ ਜਾਂ ਸਮਰੱਥਾ ਨੂੰ ਜੋ ਹੈ ਇੱਕਦਮ ਵਧਾ ਲੈਂਦਾ ਹੈ, ਭਾਵੇਂ ਉਹ ਤਸ਼ੱਦਦ ਦੇ ਰੂਪ ਦੇ ਵਿੱਚ ਹੀ ਕਿਉਂ ਨਾ ਉਹਨਾਂ ਨੂੰ ਵਧਾਉਣੀ ਪਵੇ, ਕਿਉਂਕਿ ਉਹ ਤਸ਼ੱਦਦ ਕਰਕੇ ਆਪਣੀਆਂ ਸ਼ਕਤੀਆਂ 'ਤੇ ਕਾਬਿਜ਼ ਹੋਣ ਦੇ ਲਈ ਜਾਂ ਆਪਣੀਆਂ ਸ਼ਕਤੀਆਂ ਦੀ ਸਮਰੱਥਾ ਨੂੰ ਵਧਾਉਣ ਦੇ ਲਈ ਹਰ ਤਰ੍ਹਾਂ ਦਾ ਜ਼ੁਲਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਮੌਤ ਵੀ ਇੱਕ ਸੰਭਾਲਾ ਲੈਂਦੀ, ਹੁਣ ਗੂੜੀਆਂ ਰਾਤਾਂ ਮੁੱਕਣ ਵਾਲੀਆਂ। ਕਵੀ ਕਹਿ ਰਿਹਾ ਹੈ ਕਿ ਮਰਨ ਤੋਂ ਪਹਿਲਾਂ ਵੀ ਆਮ ਜਿਵੇਂ ਅਸੀਂ ਸੁਣਦੇ ਹਾਂ ਜਾਂ ਦੇਖਦੇ ਹਾਂ ਕਿ ਜੋ ਇਨਸਾਨ ਜਦੋਂ ਮਰਨ ਦੇ ਕਿਨਾਰੇ ਪਹੁੰਚ ਜਾਂਦਾ ਹੈ ਜਾਂ ਆਖਰੀ ਜਦੋਂ ਮੌਤ ਤੋਂ ਪਹਿਲਾਂ ਜੋ ਹੈ ਇਨਸਾਨ ਜੋ ਹੈ ਉਹ ਇੱਕ ਵਾਰੀ ਠੀਕ ਹੋ ਜਾਂਦਾ ਹੈ, ਭਾਵ ਜਿਹੜਾ ਦੁੱਖ ਹੈ ਉਹ ਸਰੀਰ ਨੂੰ ਛੱਡ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜੋ ਹੈ ਕਵੀ ਕਹਿ ਰਿਹਾ ਹੈ ਕਿ ਬੁਝਦੇ ਹੋਏ ਦੀਵੇ ਦੀ ਲਾਟ ਵਾਂਗ ਔਰ ਮੌਤ ਦੇ ਆਖਰੀ ਸੰਭਾਲੇ ਵਾਂਗ ਜੋ ਹੈ ਪੂੰਜੀਪਤੀ ਨਿਜ਼ਾਮ ਜੋ ਸੀ ਉਹ ਵੀ ਅੰਤ ਵੇਲੇ
ਆਪਣੀ ਸ਼ਕਤੀ ਅਤੇ ਸਮਰੱਥਾ ਨੂੰ ਵਧਾ ਲੈਂਦਾ ਹੈ, ਭਾਵ ਉਹ ਭਾਵੇਂ ਉਹਨਾਂ ਨੂੰ ਜ਼ੁਲਮ ਕਰਕੇ ਹੀ ਕਿਉਂ ਨਾ ਵਧਾਉਣੀ ਪਵੇ। ਹੁਣ ਗੂੜ੍ਹੀਆਂ ਰਾਤਾਂ ਮੁੱਕਣ ਵਾਲੀਆਂ, ਜੋ ਇਸ ਗੱਲ ਦਾ ਸੰਕੇਤ ਸੀ ਜਦੋਂ ਵੀ ਧਰਤੀ 'ਤੇ ਜ਼ੁਲਮ ਜਾਂ ਤਸ਼ੱਦਦ ਅਤਿਆਚਾਰ ਵੱਧਦਾ ਹੈ ਅਤੇ ਉਹ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਅਗਿਆਨਤਾ ਜਾਂ ਸ਼ੋਸ਼ਣ ਰੂਪੀ ਰਾਤ ਜੋ ਹੈ ਉਹ ਹੁਣ ਮੁੱਕਣ ਵਾਲੀ ਹੈ। ਦਿਨ ਜਦ ਹੁਣ ਪਾਪ ਦੇ ਮੁੱਕੇ ਆਉਂਦਾ ਜ਼ਬਰ ਤਸ਼ੱਦਦ ਉੱਤੇ, ਕਿਉਂਕਿ ਜਦੋਂ ਵੀ ਪਾਪ ਜਿਹੜਾ ਹੈ ਉਹ ਧਰਤੀ 'ਤੇ ਵੱਧ ਜਾਂਦਾ ਹੈ ਅਤੇ ਉਦੋਂ ਪਾਪ ਜਾਂ ਜ਼ੁਲਮ ਜੋ ਹੈ ਧਰਤੀ 'ਤੇ ਵੱਧ ਜਾਂਦਾ ਹੈ ਤਾਂ ਉਸ ਵੇਲੇ ਜ਼ਬਰ ਅਤੇ ਤਸ਼ੱਦਦ ਅਤਿਆਚਾਰ ਦੀ ਮਾਤਰਾ ਵੀ ਜਿਹੜੀ ਹੈ ਵੱਧ ਜਾਂਦੀ ਹੈ। ਸੋ ਕਵੀ ਕਹਿ ਰਿਹਾ ਹੈ ਕਿ ਇਸੇ ਤਰ੍ਹਾਂ ਪੂੰਜੀਵਾਦੀ ਨਿਜ਼ਾਮ ਜੋ ਸੀ, ਜੋ ਸਿਸਟਮ ਸੀ, ਜੋ ਵਿਵਸਥਾ ਸੀ, ਉਹ ਉਹਨਾਂ ਜੋ ਸੰਘਰਸ਼ਰਤ ਲੋਕ ਸਨ, ਅੰਦੋਲਨ ਦਾ ਰੂਪ ਬਣ ਚੁੱਕੇ, ਉਹਨਾਂ ਉੱਤੇ ਜ਼ਬਰ ਜ਼ੁਲਮ ਕਰਨ ਦੀਆਂ, ਉਸ ਅੰਦੋਲਨ ਨੂੰ ਦਬਾਉਣ ਦੀਆਂ, ਖੇਰੂ ਕਰਨ ਦੀਆਂ ਵਿਉਂਤਾਂ ਲਾਉਂਦਿਆਂ ਹੋਇਆਂ ਤਸ਼ੱਦਦ 'ਤੇ ਉਤਰ ਆਏ ਸਨ। ਵਹਿਸ਼ੀ ਚੀਕਣ ਝੱਲ ਖਿਲਾਰਨ, ਜਿਉਂ ਮੜੀਆਂ ਵਿੱਚ ਗਿਰਜਾਂ ਮਾਰਨ ਚਾਂਗਰਾਂ। ਅਤੇ ਇਹ ਉਹਨਾਂ ਦਾ ਆਖਰੀ ਹਥਿਆਰ ਸੀ ਤਸ਼ੱਦਦ, ਕਿਉਂਕਿ ਜੋ ਵਹਿਸ਼ੀ ਬੰਦਾ ਹੈ ਉਹ ਜਾਂ ਝੂਠਾ ਬੰਦਾ ਹੈ ਉਹ ਜ਼ਰੂਰਤ ਤੋਂ ਜ਼ਿਆਦਾ ਚੀਕਦਾ ਹੈ, ਪਾਗਲਪਨ ਵਾਲੀਆਂ ਹਰਕਤਾਂ ਕਰਦਾ ਹੈ, ਮੂਰਖਤਾਨਾ ਕਾਇਰਾਨਾ ਜੋ ਕਾਰੇ ਕਰਦਾ ਹੈ। ਇਹ ਜਿਸ ਤਰ੍ਹਾਂ ਮੜੀਆਂ ਦੇ ਵਿੱਚ ਜਿਹੜੀਆਂ ਗਿਰਜਾਂ ਹਨ ਮੁਰਦੇ ਦੇ ਉੱਤੇ ਝਪਟਦੀਆਂ ਹਨ, ਔਰ ਇਸੇ ਤਰ੍ਹਾਂ ਇਹ ਵੀ ਲੋਕ ਜਿਹੜੇ ਹਨ ਸ਼ੋਰ ਸ਼ਰਾਬਾ ਮਚਾਉਂਦੇ ਹਨ ਪਰ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਨਹੀਂ ਸਕਦੇ, ਜਾਂ ਸੰਘਰਸ਼ਰਤ ਲੋਕਾਂ ਨੂੰ ਜੋ ਹੈ ਉਹ ਉਹਨਾਂ ਦੇ ਸੰਘਰਸ਼ ਵਿੱਚੋਂ ਉਹਨਾਂ ਦਾ ਵਿਸ਼ਵਾਸ ਜੋ ਹੈ ਖ਼ਤਮ ਨਹੀਂ ਕਰ ਸਕਦੇ, ਜਾਂ ਉਹਨਾਂ ਦੇ ਏਕੇ ਨੂੰ ਨਹੀਂ ਭੰਗ ਕਰ ਸਕਦੇ, ਜਾਂ ਉਹਨਾਂ ਦੇ ਉਸ ਹੜਤਾਲ ਨੂੰ ਖੇਰੂ ਨਹੀਂ ਕਰ ਸਕਦੇ, ਭਾਵੇਂ ਉਹ ਕਿੰਨੀਆਂ ਵੀ ਕੋਸ਼ਿਸ਼ਾਂ ਕਰ ਲੈਣ। ਲੱਗੀ ਵਰਨ ਜਲੂਸ ਤੇ ਗੋਲੀ, ਖੇਡਣ ਦੈਂਤ ਖੂਨ ਦੀ ਹੋਲੀ। ਫਿਰ ਅੰਤ ਜੋ ਹੈ ਕਵੀ ਕਹਿ ਰਿਹਾ ਹੈ ਕਿ ਉਹ ਲੋਕ ਜੋ ਹੈ ਫੌਜ ਨੂੰ, ਇਹਨਾਂ ਜੋ ਸੰਘਰਸ਼ ਕਰ ਰਹੇ ਲੋਕ ਸਨ, ਜੋ ਜਨ ਸਮੂਹ ਸੀ, ਉਸ ਦੇ ਉੱਪਰ ਜੋ ਹੈ ਗੋਲੀਬਾਰੀ ਕਰਨ ਦਾ ਹੁਕਮ ਦਿੰਦੇ ਹਨ, ਭਾਵ ਤਸ਼ੱਦਦ ਦੇ ਨਾਲ ਉਹਨਾਂ ਨੂੰ ਖੇਰੂ ਕਰਨ ਦਾ, ਭਜਾਉਣ ਦਾ ਜਾਂ ਡਰਾਉਣ ਦੀ ਕੋਸ਼ਿਸ਼ ਕਰਦੇ ਹਨ। ਅਤੇ ਅਖੀਰ ਉਹਨਾਂ ਦੇ ਹੁਕਮ ਅਨੁਸਾਰ ਫੌਜ ਜਿਹੜੀ ਅਮਨ ਦੀ ਰਾਖੀ ਸੀ ਉਹ ਨਿਹੱਥੇ ਲੋਕਾਂ ਦੇ ਜਲੂਸ ਦੇ ਉੱਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੰਦੀ ਹੈ। ਖੇਡਣ ਦੈਂਤ ਖੂਨ ਦੀ ਹੋਲੀ। ਕਵੀ ਕਹਿ ਰਿਹਾ ਕਿ ਦੈਂਤ ਇਹ ਮਨੁੱਖ ਦੇ ਰੂਪ ਵਿੱਚ ਅਜਿਹੇ ਰਾਖਸ਼ ਸਨ ਜੋ ਉਹਨਾਂ ਸੰਘਰਸ਼ਰਤ ਲੋਕਾਂ ਦੇ ਖੂਨ ਦੀ ਹੋਲੀ ਖੇਡਣ 'ਤੇ ਉਤਰ ਆਏ ਸਨ। ਟਹਿ ਟਹਿ ਪੈਣ ਸਜੀਲੇ ਗੱਭਰੂ, ਗੜੇ ਮਾਰ ਜਿਉਂ ਭੰਨਦੀ ਫਸਲਾਂ ਪੱਕੀਆਂ। ਕਵੀ ਕਹਿ ਰਿਹਾ ਹੈ ਕਿ ਕਿਉਂਕਿ ਕੋਈ ਵੀ ਸੰਘਰਸ਼ ਹੁੰਦਾ ਹੈ ਅਤੇ ਯੁਵਾ ਵਰਗ ਜਿਹੜਾ ਹੈ, ਕਿਉਂਕਿ ਉਸ ਦੇ ਵਿੱਚ ਉਤਸ਼ਾਹ ਹੁੰਦੀ ਹੈ, ਜੋਸ਼ ਹੁੰਦਾ ਹੈ, ਸ਼ਕਤੀ ਹੁੰਦੀ ਹੈ, ਉਹ ਉਸ ਅੰਦੋਲਨ ਦਾ ਹਿੱਸਾ ਸਭ ਤੋਂ ਜ਼ਿਆਦਾ ਸੰਖਿਆ ਦੇ ਵਿੱਚ, ਮਾਤਰਾ ਦੇ ਵਿੱਚ ਬਣਦਾ ਹੈ। ਅਤੇ ਕਵੀ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਜਦੋਂ ਫੌਜ ਦੁਆਰਾ ਗੋਲੀ ਚਲਾਈ ਗਈ ਹੈ ਅਤੇ ਜੋ ਯੁਵਾ ਵਰਗ ਸੀ ਉਹ ਉਸ ਇੱਕ ਤਰ੍ਹਾਂ ਦੇ ਨਾਲ ਤਸ਼ੱਦਦ ਦਾ ਸ਼ਿਕਾਰ ਹੋ ਕੇ ਸੋਹਣੇ ਸੁਨੱਖੇ ਨੌਜਵਾਨ ਜਿਹੜੇ ਗੱਭਰੂ ਸਨ ਉਹ ਗੋਲੀਆਂ ਵੱਜਣ ਦੇ ਨਾਲ ਉਸ ਮੈਦਾਨ ਦੇ ਵਿੱਚ ਢਹਿ ਢਹਿ ਪੈ ਰਹੇ ਸਨ, ਭਾਵ ਸ਼ਹੀਦ ਹੋ ਰਹੇ ਸਨ। ਗੜੇ ਮਾਰ ਜਿਉਂ ਭੰਨਦੀ ਫਸਲਾਂ ਪੱਕੀਆਂ। ਜਿਸ ਤਰ੍ਹਾਂ ਪੱਕੀ ਹੋਈ ਫਸਲ 'ਤੇ ਅਚਾਨਕ ਗੜਿਆਂ ਦੀ ਮਾਰ ਪਵੇ ਤਾਂ ਫਸਲ ਜਿਹੜੀ ਹੈ ਉਹ ਧਰਤੀ 'ਤੇ ਲਿਫ ਜਾਂਦੀ ਹੈ, ਲਿਟ ਜਾਂਦੀ ਹੈ, ਬਰਬਾਦ ਹੋ ਜਾਂਦੀ ਹੈ। ਠੀਕ ਇਸੇ ਤਰ੍ਹਾਂ ਉਹਨਾਂ ਦੈਂਤਾਂ ਨੇ ਇਸ ਜੌਬਨ 'ਤੇ ਆਏ ਸੰਘਰਸ਼ ਨੂੰ ਖ਼ਤਮ ਕਰਨ ਦੇ ਲਈ ਉਹਨਾਂ 'ਤੇ ਅਜਿਹੀ ਗੋਲੀ ਚਲਾਈ ਕਿ ਸੰਘਰਸ਼ ਦੇ ਵਿੱਚ, ਹੜਤਾਲ ਦੇ ਵਿੱਚ ਸ਼ਾਮਲ ਨੌਜਵਾਨ ਗੱਭਰੂ ਜਿਹੜੇ ਸਾਨੂੰ ਸ਼ਹਾਦਤਾਂ ਪ੍ਰਾਪਤ ਕਰਨ ਲੱਗੇ। ਧੀਆਂ ਭੈਣਾਂ ਵਹੁਟੀਆਂ ਮਾਵਾਂ, ਧੂੜ ਤਿੰਨਾਂ ਦੀ ਮੱਥੇ ਲਾਵਾਂ, ਮੋਢੇ ਜੋੜ ਬਰਾਬਰ ਭਿੜੀਆਂ, ਹਿੱਕੜੀਆਂ ਤੇ ਸਹੀਆਂ ਕਿਰਚਾਂ ਗੋਲੀਆਂ। ਫਿਰ ਕਵੀ ਕਹਿ ਰਿਹਾ ਹੈ ਕਿ ਔਰਤ ਵਰਗ ਨੇ ਵੀ ਉਸ ਸੰਘਰਸ਼ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਸੀ, ਭਾਵ ਹਿੱਸਾ ਲਿਆ ਸੀ। ਧੀਆਂ ਭੈਣਾਂ ਵਹੁਟੀਆਂ ਮਾਵਾਂ, ਭਾਵ ਹਰ ਵਰਗ ਦੇ ਵਿੱਚ, ਭਾਵੇਂ ਕੋਈ ਧੀ ਸੀ, ਭੈਣ ਸੀ, ਮਾਂ ਸੀ, ਪਤਨੀ ਸੀ, ਹਰ ਔਰਤ ਜਿਹੜੀ ਹੈ ਉਹਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਹੋਈ ਸੀ। ਕਵੀ ਕਹਿ ਰਿਹਾ ਕਿ ਮੈਂ ਉਹਨਾਂ ਨਾਰੀ ਸ਼ਕਤੀਆਂ ਦੀ, ਔਰਤਾਂ ਦੀ ਧੂੜ, ਪੈਰਾਂ ਦੀ ਧੂੜ ਜਿਹੜੀ ਹੈ ਮੱਥੇ ਨੂੰ ਲਾਵਾਂ ਜਿਹੜਾ ਉਸ ਸੰਘਰਸ਼ ਦਾ ਹਿੱਸਾ ਬਣੀਆਂ ਸਨ। ਮੋਢੇ ਜੋੜ ਬਰਾਬਰ ਖੜੀਆਂ, ਜਿਹੜੀਆਂ ਮਰਦਾਂ ਦੇ ਨਾਲ ਮੋਢੇ ਜੋੜ ਕੇ, ਭਾਵ ਉਹਨਾਂ ਦਾ ਸਾਥ ਦੇਣ ਦੇ ਲਈ ਬਰਾਬਰ ਉਸ
ਹੜਤਾਲ ਦੇ ਵਿੱਚ, ਉਸ ਸੰਘਰਸ਼ ਦੇ ਵਿੱਚ, ਉਸ ਅੰਦੋਲਨ ਦੇ ਵਿੱਚ ਸ਼ਾਮਲ ਹੋਈਆਂ ਅਤੇ ਹਿੱਕੜੀਆਂ ਅਤੇ ਸਹੀਆਂ, ਅਤੇ ਜਿਨ੍ਹਾਂ ਨੇ ਜੋ ਸੀ ਡਰ ਕੇ ਉਸ ਸੰਘਰਸ਼ ਦੇ ਵੱਲੋਂ ਮੂੰਹ ਨਹੀਂ ਸੀ ਮੋੜਿਆ, ਪਿੱਠ ਨਹੀਂ ਸੀ ਦਿੱਤੀ, ਸਗੋਂ ਆਪਣੀਆਂ ਹਿੱਕਾਂ 'ਤੇ, ਆਪਣੀਆਂ ਸੀਨਿਆਂ 'ਤੇ ਜ਼ਾਲਮ ਦੀਆਂ ਗੋਲੀਆਂ ਨੂੰ, ਕਿਰਚਾਂ ਨੂੰ ਸਹਾਰਿਆ ਸੀ। ਵਗ ਪਏ ਲਹੂਆਂ ਦੇ ਪਰਨਾਲੇ, ਜਿੱਕਣ ਸਾਡੇ ਜੱਲਿਆਂ ਵਾਲੇ। ਕਵੀ ਕਹਿ ਰਿਹਾ ਹੈ ਕਿ ਸ਼ਿਕਾਗੋ ਸ਼ਹਿਰ ਦੇ ਅੰਦਰ ਠੀਕ ਉਸੇ ਤਰ੍ਹਾਂ ਤਸ਼ੱਦਦ ਹੋਇਆ ਸੀ ਭੋਲੀ ਭਾਲੀ ਨਿਹੱਥੀ ਜਨਤਾ ਦੇ ਉੱਤੇ, ਜਿਹੜੀ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰ ਰਹੀ ਸੀ, ਔਰ ਉਹਨਾਂ ਦੇ ਉੱਤੇ ਜ਼ੁਲਮੀ ਸਰਕਾਰ ਨੇ ਉਹਨਾਂ ਦਾ ਦਮਨ ਕਰਨ ਦੇ ਲਈ ਜੋ ਹੁਕਮ ਦਿੱਤਾ, ਉਹਨਾਂ ਨੂੰ, ਆਪਣੇ ਫੌਜੀਆਂ ਨੂੰ, ਆਪਣੇ ਜੋ ਮਿਲਟਰੀ ਸੀ, ਉਹਨਾਂ ਨੇ ਅਜਿਹੀਆਂ ਬੇਕਿਰਕ ਹੋ ਕੇ ਗੋਲੀਆਂ ਚਲਾਈਆਂ ਕਿ ਉਸ ਸ਼ਿਕਾਗੋ ਸ਼ਹਿਰ ਦੇ ਅੰਦਰ ਉਸ ਜਨ ਸਮੂਹ ਦੇ ਲਹੂਆਂ ਦੇ ਪਰਨਾਲੇ ਚੱਲ ਪਏ। ਔਰ ਉਹ ਪਰਨਾਲੇ ਇਸੇ ਤਰ੍ਹਾਂ ਸਨ ਜਿਸ ਤਰ੍ਹਾਂ ਜਲਿਆਂਵਾਲਾ ਬਾਗ ਕਾਂਡ ਹੋਇਆ ਸੀ, ਹੱਤਿਆ ਕਾਂਡ ਜਨਰਲ ਡਾਇਰ ਨੇ ਕੀਤਾ ਸੀ। ਠੀਕ ਇਸੇ ਤਰ੍ਹਾਂ ਹੀ ਸ਼ਿਕਾਗੋ ਸ਼ਹਿਰ ਦੇ ਅੰਦਰ ਵੀ ਅਤਿਆਚਾਰੀ ਜ਼ੁਲਮੀ ਨਿਜ਼ਾਮ ਨੇ ਨਿਹੱਥੀ ਅਤੇ ਅਮਨ ਪਸੰਦ ਜਨਤਾ ਨੂੰ ਆਪਣੇ ਗੋਲੀ ਦਾ ਨਿਸ਼ਾਨਾ ਬਣਾ ਲਿਆ। ਸਾਂਝੀ ਰੱਤ ਸ਼ਹੀਦਾਂ ਡੋਲੀ, ਇੱਕਣ ਵਿੱਚ ਸ਼ਿਕਾਗੋ ਸੜਕਾਂ ਭੇਜੀਆਂ। ਜਿਸ ਤਰ੍ਹਾਂ ਜਲਿਆਂਵਾਲੇ ਬਾਗ ਦੇ ਵਿੱਚ ਹੈ, ਹਰ ਧਰਮ, ਜਾਤ, ਵਰਗ ਦੇ, ਹਰ ਉਮਰ ਦੇ ਲੋਕਾਂ ਨੇ ਜੋ ਸੀ ਆਪਣੀ ਸ਼ਹਾਦਤ ਦੇ ਨਾਲ ਧਰਤੀ ਦਾ ਰੰਗ ਲਾਲ ਕਰ ਦਿੱਤਾ ਸੀ। ਠੀਕ ਇਸੇ ਤਰ੍ਹਾਂ ਸ਼ਿਕਾਗੋ ਸ਼ਹਿਰ ਦੀਆਂ ਸੜਕਾਂ ਵੀ ਜੋ ਸਨ ਉਹ ਮਜ਼ਦੂਰਾਂ ਦੇ ਖੂਨ ਦੇ ਨਾਲ, ਕਿਰਤੀਆਂ ਦੇ ਖੂਨ ਦੇ ਨਾਲ ਭਿੱਜ ਗਈਆਂ ਸਨ। ਗੱਭਰੂ ਇੱਕ ਲਹੂ ਵਿੱਚ ਭਿੱਜਾ, ਜਿਸ ਫੜਿਆ ਸੀ ਝੰਡਾ ਚਿੱਟਾ। ਇੰਨੇ ਜ਼ੁਲਮ ਜਾਂ ਤਸ਼ੱਦਦ ਦੇ ਬਾਵਜੂਦ ਵੀ ਕਵੀ ਕਹਿ ਰਿਹਾ ਹੈ ਕਿ ਉਸ ਅੰਦੋਲਨ ਵਿੱਚ ਭਾਗ ਲੈਣ ਵਾਲਿਆਂ ਦੇ ਜੋ ਹੌਸਲੇ ਸਨ ਉਹ ਇੰਨੇ ਬੁਲੰਦ ਸਨ ਕਿ ਆਪਣੇ ਸਾਥੀਆਂ ਨੂੰ ਚਾਰ ਚੁਫੇਰੇ ਸ਼ਹਾਦਤਾਂ ਪ੍ਰਾਪਤ ਕਰਦਿਆਂ ਹੋਇਆਂ ਵੀ ਖੁਦ ਉਸ ਜ਼ੁਲਮ ਦਾ ਸ਼ਿਕਾਰ ਹੋਇਆ ਇੱਕ ਜ਼ਖਮੀ ਗੱਭਰੂ ਨੌਜਵਾਨ ਜੋ ਸੀ ਉਹ ਲਹੂ ਦੇ ਵਿੱਚ ਭਿੱਜਾ ਹੋਇਆ ਸੀ, ਪਰ ਫਿਰ ਵੀ ਉਸ ਦੇ ਹੱਥ ਦੇ ਵਿੱਚ ਜਿਸ ਫੜਿਆ ਸੀ ਝੰਡਾ ਚਿੱਟਾ, ਜਿਸ ਦੇ ਹੱਥ ਦੇ ਵਿੱਚ ਚਿੱਟਾ ਝੰਡਾ ਜੋ ਕਿ ਸ਼ਾਂਤੀ ਦਾ ਪ੍ਰਤੀਕ ਸੀ, ਜੋ ਕਿ ਅਮਨ ਪਸੰਦ ਜੋ ਸੰਘਰਸ਼ ਦਾ ਪ੍ਰਤੀਕ ਸੀ। ਅੰਤਮ ਸਾਹ ਘਾਇਲ ਪਰ ਹੱਸੇ, ਉਹ ਅੰਤਮ ਸਵਾਸਾਂ 'ਤੇ ਸੀ, ਘਾਇਲ ਸੀ, ਬਹੁਤ ਜ਼ਖਮੀ ਸੀ, ਪਰ ਉਸਦੇ ਚਿਹਰੇ 'ਤੇ ਮੁਸਕਰਾਹਟ ਸੀ। ਕਿਸ ਗੱਲ ਦੀ? ਕਿ ਉਹ ਆਪਣੇ ਹੱਕਾਂ ਨੂੰ, ਆਪਣੇ ਦੇਸ਼ ਵਾਸੀਆਂ ਦੇ ਲਈ ਹੱਕਾਂ ਨੂੰ ਪ੍ਰਾਪਤ ਕਰਨ ਦੇ ਲਈ ਆਪਣੀ ਸ਼ਹਾਦਤ ਨੂੰ ਪਾ ਰਿਹਾ ਹੈ। ਇਸ ਲਈ ਉਸਦੇ ਚਿਹਰੇ 'ਤੇ ਕੋਈ ਡਰ ਨਹੀਂ ਸੀ, ਖੌਫ ਨਹੀਂ ਸੀ, ਸਗੋਂ ਉਹ ਬੜੀ ਸ਼ਾਨ ਦੇ ਨਾਲ, ਬੜੇ ਹੌਸਲੇ ਦੇ ਨਾਲ ਮੁਸਕਰਾ ਰਿਹਾ ਸੀ। ਕਰਨ ਮੌਤ ਨੂੰ ਠਿੱਲਾਂ ਅਣਖਾਂ ਉੱਚੀਆਂ, ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਅਣਖੀਲੇ ਗੱਭਰੂ ਜਿਹੜੇ ਗੈਰਤਮੰਦ ਲੋਕ ਨੇ ਉਹ ਦਮਨ ਤੋਂ ਡਰਦੇ ਨਹੀਂ, ਝੁਕਦੇ ਨਹੀਂ ਸਮੇਂ ਦੀਆਂ ਸਰਕਾਰਾਂ ਅੱਗੇ, ਸਗੋਂ ਮੌਤ ਨੂੰ ਠਿੱਲਾਂ ਭਾਵ ਮਖੌਲਾਂ ਕਰਦੇ ਹਨ, ਮੌਤ ਨੂੰ ਟਿੱਚ ਜਾਣਦੇ ਹਨ। ਉਹ ਮੌਤ ਤੋਂ ਡਰ ਕੇ ਆਪਣੇ ਸਾਥੀਆਂ ਨੂੰ ਕੰਡ ਨਹੀਂ ਦਿੰਦੇ, ਪਿੱਠ ਨਹੀਂ ਦਿੰਦੇ, ਸਗੋਂ ਤਸ਼ੱਦਦ ਕਰਨ ਵਾਲਿਆਂ ਦਾ ਸਾਹਮਣਾ ਕਰਦਿਆਂ ਹੋਇਆਂ ਆਪਣੇ ਪ੍ਰਾਣਾਂ ਦੀ ਬਾਜੀ ਲਾ ਜਾਂਦੇ ਹਨ। ਗੱਭਰੂ ਸ਼ੈਲ ਲਹੂ ਵਿੱਚ ਭਿੱਜਾ, ਨਾਲ ਜ਼ਬਰ ਦੇ ਏਦਾਂ ਸਿੱਜਾ। ਉਹ ਨੌਜਵਾਨ ਗੱਭਰੂ ਜੋ ਸੀ, ਸ਼ੈਲ ਨੌਜਵਾਨ ਸੀ, ਉਹ ਖੂਨ ਦੇ ਵਿੱਚ ਭਿੱਜਾ ਹੋਇਆ ਸੀ, ਨਾਲ ਜ਼ਬਰ ਦੇ ਇੱਦਾਂ ਸਿੱਜਾ, ਪਰ ਉਹ ਫੌਜ ਦੁਆਰਾ ਕੀਤੇ ਗਏ ਜ਼ਬਰ ਦੇ ਨਾਲ, ਅਤਿਆਚਾਰ ਦੇ ਨਾਲ, ਇਸ ਤਰ੍ਹਾਂ ਅਤਿਆਚਾਰੀਆਂ ਦੇ ਨਾਲ ਸਿੱਝ ਰਿਹਾ ਸੀ। ਪੁੱਤਰ, ਪਤੀ, ਪਿਤਾ ਤੇ ਪ੍ਰੇਮੀ ਸਾਥੀ ਜੁੜੇ ਦੁਆਲੇ ਸ਼ਾਮਾਂ ਲੱਥੀਆਂ। ਕਵੀ ਕਹਿ ਰਿਹਾ ਹੈ ਕਿ ਉਸ ਗੱਭਰੂ ਜਿਸ ਨੇ ਕਿ ਹੱਥ ਦੇ ਵਿੱਚ ਝੰਡਾ ਫੜਿਆ ਹੋਇਆ ਸੀ ਔਰ ਉਹ ਜ਼ੁਲਮੀ ਜਾਂ ਜਬਰ ਕਰਨ ਵਾਲੀਆਂ ਸਰਕਾਰਾਂ ਦੇ ਨਾਲ ਜਾਂ ਤਾਕਤਾਂ ਦੇ ਨਾਲ ਇਸ ਤਰ੍ਹਾਂ ਸਿੰਝ ਰਿਹਾ ਸੀ, ਇਸ ਤਰ੍ਹਾਂ ਜੋ ਸੀ ਉਹਨਾਂ ਦੇ ਨਾਲ ਟੱਕਰ ਲੈ ਰਿਹਾ ਸੀ, ਅਤੇ ਅੰਤ ਜੋ ਹੈ ਉਹ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ। ਉਹ ਕਿਸੇ ਦਾ ਪੁੱਤਰ ਵੀ ਹੋਵੇਗਾ, ਪਤੀ ਵੀ ਹੋਵੇਗਾ, ਕਿਸੇ ਦਾ ਪਿਤਾ ਜਾਂ ਕਿਸੇ ਦਾ ਪ੍ਰੇਮੀ, ਭਾਵ ਉਸ ਦੇ ਹਰ ਸ਼ਖਸ ਦੇ ਨਾਲ ਵੱਖਰੋ ਵੱਖਰੇ ਰਿਸ਼ਤੇ ਹੋਣਗੇ ਔਰ ਉਹ ਉਸ ਦੇ ਪ੍ਰੀਤਮ ਪਿਆਰੇ ਜਿਹੜੇ ਸਨ, ਉਹ ਸਾਥੀ ਜਿਹੜੇ ਉਸ ਸੰਘਰਸ਼ ਦੇ ਸਾਥੀ ਸਨ, ਉਹ ਉਸ ਦੇ ਦੁਆਲੇ ਇਕੱਠੇ ਹੋ ਗਏ ਸਨ। ਸ਼ਾਮਾਂ ਲੱਥੀਆਂ, ਤ੍ਰਿਕਾਲਾਂ ਦਾ ਵੇਲਾ ਹੋ ਰਿਹਾ ਸੀ, ਭਾਵ ਜੋ ਸੰਘਰਸ਼ ਸੀ ਉਹ ਥੋੜ੍ਹਾ ਜਿਹਾ ਜੋ ਸੀ ਗਤੀ ਜਿਹੜੀ ਉਸਦੀ ਇੱਕਦਮ ਭਾਵੇਂ ਧੀਮੀ ਹੋ ਗਈ ਸੀ ਆਪਣੇ ਉਸ ਪ੍ਰੀਤਮ ਦੇ ਤੁਰ ਜਾਣ ਸਦਕਾ, ਪਰ ਭਾਵੇਂ ਹੁਣ
ਸਾਥੀ ਜੁੜੇ ਦੁਆਲੇ ਸ਼ਾਮਾਂ ਲੱਥੀਆਂ, ਭਾਵੇਂ ਹੋਵਣ ਨਿੰਮੋ ਚੂਣੇ ਪਰ ਨਹੀਂ ਹੁੰਦੇ ਲੋਕ ਨਿਗੂਣੇ। ਪਰ ਕਵੀ ਕਹਿ ਰਿਹਾ ਕਿ ਉਸ ਵਕਤ ਭਾਵੇਂ ਉਸਦੇ ਦਰਦ ਦੇ ਵਿੱਚ ਉਹ ਦੁਖੀ ਸਨ, ਪਰ ਭਾਵੇਂ ਉਹ ਥੋੜ੍ਹੇ ਜਿਹੇ ਨਿੰਮੋ ਝੂਣੇ ਵੀ ਸਨ, ਪਰ ਉਹਨਾਂ ਨੂੰ ਆਪਣੀ ਮੰਜ਼ਿਲ ਦਾ, ਆਪਣੇ ਹੱਕਾਂ ਦਾ, ਆਪਣੇ ਉਸ ਮਕਸਦ ਦਾ ਗਿਆਨ ਸੀ। ਇਸ ਲਈ ਉਹ ਭਾਵੇਂ ਉਹ ਮਾਤਰਾ ਦੇ ਵਿੱਚ ਹੁਣ ਥੋੜ੍ਹੇ ਰਹਿ ਗਏ ਸਨ, ਭਾਵੇਂ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸਨ ਸ਼ਹਾਦਤ ਨੂੰ ਪ੍ਰਾਪਤ ਹੋ ਗਏ ਸਨ, ਪਰ ਫਿਰ ਵੀ ਉਹਨਾਂ ਦੇ ਹੌਸਲੇ ਜਿਹੜੇ ਸਨ ਉਹ ਪਸਤ ਨਹੀਂ ਸਨ ਹੋਏ। ਉਹਨਾਂ ਦੇ ਹੌਸਲੇ ਉਸੇ ਤਰ੍ਹਾਂ ਬੁਲੰਦ ਸਨ। ਆਵਾਜ਼ ਉਭਰੀ ਚੀਰ ਹਨੇਰੇ, ਵਧੋ ਕਿ ਛੂਈਏ ਮੰਜ਼ਲਾਂ ਸੂਈਆਂ ਸਰਗੀਆਂ। ਉਸ ਸੰਘਰਸ਼ ਦੇ ਵਿੱਚ ਆਪਣੇ ਸਾਥੀਆਂ ਨੂੰ ਸ਼ਹਾਦਤਾਂ ਪ੍ਰਾਪਤ ਕਰਦਿਆਂ ਹੋਇਆਂ ਦੇਖਦਿਆਂ ਵੀ ਉਹਨਾਂ ਦੇ ਵਿੱਚੋਂ ਇੱਕ ਆਵਾਜ਼ ਉੱਭਰਦੀ ਹੈ, ਜਿਹੜੀ ਉਸ ਹਨੇਰੇ ਦੇ ਵਿੱਚੋਂ, ਉਸ ਦੁੱਖ ਦੇ ਵਿੱਚੋਂ, ਉਸ ਸੰਘਰਸ਼ ਦੇ ਜੋ ਮੁਕਾਮ 'ਤੇ, ਜਿਸ ਮੁਕਾਮ 'ਤੇ ਪੁੱਜ ਚੁੱਕਾ ਸੀ, ਭਾਵ ਜਿਸ ਮਕਸਦ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਇਕੱਠੇ ਹੋਏ ਸਨ, ਔਰ ਉਹ ਸੰਘਰਸ਼ ਜਿਹੜਾ ਸੀ ਕਿਸ ਤਰ੍ਹਾਂ ਸਮੇਂ ਦੀ ਜਾਬਰ ਸਰਕਾਰ ਨੇ ਉਸ ਦਾ ਮੂੰਹ ਮੋੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਲੋਕਾਂ ਦੇ ਹੌਸਲੇ ਫਿਰ ਵੀ ਪਸਤ ਨਹੀਂ ਸਨ ਹੋਏ। ਉਹਨਾਂ ਦੇ ਵਿੱਚੋਂ ਇੱਕ ਆਵਾਜ਼ ਉੱਭਰੀ ਜਿਸ ਨੇ ਸਾਰਿਆਂ ਦੇ ਵਿੱਚ ਇੱਕ ਫਿਰ ਗਰਮ ਜੋਸ਼ ਜਾਂ ਹੁਲਾਰਾ ਭਰ ਦਿੱਤਾ ਕਿ ਵਧੋ ਕਿ ਛੂਈਏ ਮੰਜ਼ਲਾਂ ਸੂਈਆਂ ਸਰਗੀਆਂ। ਉਹ ਕਹਿੰਦੇ ਕਿ ਨਿਰੰਤਰ ਅੱਗੇ ਵੱਧਦੇ ਰਹੋ, ਕਿਉਂਕਿ ਜੋ ਸ਼ਹਾਦਤਾਂ ਪ੍ਰਾਪਤ ਕਰ ਗਏ ਹਨ ਉਹ ਸਾਡੇ ਸਾਥੀ ਜਿਹੜੇ ਨੇ ਉਹ ਤਵਾਰੀਖ ਦੇ ਵਿੱਚ, ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੋ ਜਾਏਗਾ। ਪਰ ਜੋ ਅਸੀਂ ਹਾਂ ਹੁਣ, ਸਾਡਾ ਮੰਜ਼ਿਲ ਜਾਂ ਸਾਡਾ ਮਕਸਦ ਜਿਹੜਾ ਹੈ ਉਹ ਉਹੀ ਹੈ, ਆਪਣੀ ਮੰਜ਼ਿਲ ਨੂੰ, ਆਪਣੇ ਹੱਕਾਂ ਨੂੰ ਪ੍ਰਾਪਤ ਕਰਨਾ। ਆਪਣੇ ਹੱਕਾਂ ਨੂੰ ਪ੍ਰਾਪਤ ਕਰਕੇ ਅਸੀਂ ਹੱਕਾਂ ਰੂਪੀ ਸੂਹੀ ਸਰਗੀ ਸਵੇਰ ਦੇ ਵਿੱਚ, ਭਾਵ ਨਵੇਂ ਸਮੇਂ ਦੇ ਵਿੱਚ ਪ੍ਰਵੇਸ਼ ਕਰਨਾ ਹੈ। ਉਹ ਨਵਾਂ ਸਮਾਂ ਜਿਸ ਦੇ ਵਿੱਚ ਸਾਡੇ ਹੱਕ ਜਿਹੜੇ ਨੇ ਸਾਨੂੰ ਪ੍ਰਾਪਤ ਹੋ ਜਾਣਗੇ, ਅਸੀਂ ਦਮਨ ਦਾ ਮੁਕਾਬਲਾ ਕਰਦਿਆਂ ਹੋਇਆਂ ਜਿੱਤ ਹਾਸਲ ਕਰਨੀ ਹੈ। ਇਹ ਪੈਗਾਮ ਜਿਹੜਾ ਹੈ, ਇਹ ਲਲਕਾਰ, ਇੱਕ ਵੰਗਾਰ ਉਸ ਨਿਜ਼ਾਮ ਨੂੰ ਵੀ ਹੈ ਅਤੇ ਆਪਣੇ ਸਾਥੀਆਂ ਨੂੰ ਵੀ ਇੱਕ ਲਲਕਾਰ ਪੈਦਾ ਕੀਤੀ ਹੈ। ਉਹਨਾਂ ਦੇ ਵੀ ਹੌਸਲੇ ਜਗਾਏ ਹਨ ਕਿ ਅਸੀਂ ਇਸ ਨਾ ਖੁਸ਼ਗਵਾਰ ਸਮੇਂ ਦੇ ਵਿੱਚ ਵੀ ਨਿਰੰਤਰ ਅੱਗੇ ਵਧਣਾ ਹੈ, ਔਰ ਸਾਡਾ ਮੰਜ਼ਿਲ, ਸਾਡਾ ਮਕਸਦ, ਸਾਡਾ ਟੀਚਾ ਇੱਕੋ ਹੀ ਹੈ ਕਿ ਹਰ ਹੀਲੇ ਅਸੀਂ ਆਪਣੇ ਹੱਕਾਂ ਨੂੰ ਪ੍ਰਾਪਤ ਕਰਕੇ ਰਹਿਣਾ ਹੈ। ਇੱਕ ਕਮੀਜ਼ ਲਹੂ ਵਿੱਚ ਰੰਗੀ, ਇੱਕ ਸੋਟੀ ਦੇ ਉੱਤੇ ਟੰਗੀ। ਉਹਨਾਂ ਨੇ ਇੱਕ ਕਮੀਜ਼ ਜੋ ਲਹੂ ਦੇ ਨਾਲ ਲੱਥ-ਪੱਥ ਸੀ, ਉਸ ਨੂੰ ਸੋਟੀ ਦੇ ਉੱਤੇ ਟੰਗ ਕੇ ਝੁੱਲਿਆ ਝੰਡਾ ਉੱਚ ਅਣਖਾ ਦਾ, ਉਸ ਨੂੰ ਆਪਣੇ ਝੰਡੇ ਦਾ ਜੋ ਸੀ ਰੂਪ ਦੇ ਦਿੱਤਾ। ਉਸ ਝੰਡੇ ਦੀ, ਕਿਉਂਕਿ ਪਹਿਲਾਂ ਉਹਨਾਂ ਦੇ ਹੱਥਾਂ ਦੇ ਵਿੱਚ ਸਫੇਦ ਝੰਡਾ ਸੀ, ਸਫੇਦ ਜੋ ਚਿੱਟਾ ਝੰਡਾ ਸੀ, ਚਿੱਟਾ ਝੰਡਾ ਜੋ ਹੈ ਉਹ ਸ਼ਾਂਤੀ ਦਾ ਪ੍ਰਤੀਕ ਸੀ, ਪਰ ਬਾਅਦ ਦੇ ਵਿੱਚ ਜੋ ਉਹਨਾਂ ਦੇ ਹੱਥਾਂ ਦੇ ਵਿੱਚ ਇੱਕ ਕਮੀਜ਼ ਲਹੂ ਦੀ ਰੰਗੀ, ਇੱਕ ਕਮੀਜ਼ ਜੋ ਲਹੂ ਦੇ ਰੰਗ ਦੇ ਵਿੱਚ ਰੰਗੀ ਹੋਈ ਸੀ, ਉਸੇ ਕਮੀਜ਼ ਨੂੰ ਹੀ ਉਹਨਾਂ ਦੇ ਸੋਟੀ ਦੇ ਉੱਤੇ ਟੰਗ ਕੇ ਆਪਣੇ ਭਾਵ ਜੋ ਸੰਘਰਸ਼ਰਤ ਲੋਕ ਸਨ, ਜੋ ਜਨ ਸਮੂਹ ਸੀ, ਜੋ ਉਸ ਅੰਦੋਲਨ ਦਾ ਹਿੱਸਾ ਸਨ, ਉਹਨਾਂ ਨੇ ਉਸ ਕਮੀਜ਼ ਨੂੰ ਜੋ ਲਹੂ ਦੇ ਰੰਗ ਵਿੱਚ ਰੰਗੀ ਹੋਈ ਸੀ ਝੰਡੇ ਦੇ ਉੱਤੇ ਟੰਗ ਕੇ ਆਪਣੇ ਇੱਕ ਝੰਡੇ ਦਾ, ਜੋ ਕਿ ਸ਼ਹੀਦਾਂ ਦੁਆਰਾ ਡੋਲੇ ਗਏ ਸੱਚੇ ਸੁੱਚੇ ਖੂਨ ਦਾ ਪ੍ਰਤੀਕ ਉਹ ਲਾਲ ਰੰਗ ਸੀ, ਇਸ ਲਈ ਉਸੇ ਨੂੰ ਹੀ ਆਪਣੇ ਝੰਡੇ ਵਜੋਂ ਜੋ ਸੀ ਪ੍ਰਵਾਨ ਕਰ ਲਿਆ। ਔਰ ਕਿਉਂ ਕੀਤਾ? ਕਿਉਂਕਿ ਉਹਨਾਂ ਉਸ ਵਕਤ ਜੋ ਉਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਸਨ, ਉਹਨਾਂ ਦਾ ਡੁੱਲਿਆ ਖੂਨ ਜੋ ਸੀ, ਉਸ ਖੂਨ ਨੇ ਹੀ ਇਸ ਝੰਡੇ ਨੂੰ ਸਿੰਜਿਆ ਸੀ, ਦਿੱਤੀਆਂ ਜਿਹਨੂੰ ਸ਼ਹੀਦਾਂ ਰਤਾਂ ਸੁੱਚੀਆਂ। ਕਿਉਂਕਿ ਹੁਣ ਉਹਨਾਂ ਦੇ ਹੱਥਾਂ ਦੇ ਵਿੱਚ ਜੋ ਝੰਡਾ ਸੀ ਉਹ ਅਣਖੀਲੇ ਯੋਧਿਆਂ ਦੇ ਡੁੱਲੇ ਖੂਨ ਦਾ ਰੰਗ ਸੀ, ਜੋ ਕਿ ਉਹਨਾਂ ਦੇ ਹੌਸਲੇ ਦਾ ਇੱਕ ਚਿੰਨ੍ਹ ਸੀ, ਪ੍ਰਤੀਕ ਸੀ। ਇਸ ਝੰਡੇ ਦੀ ਤੁਰੀ ਕਹਾਣੀ ਸੁਣ ਸੁਣ ਖਲਕਤ ਹੋਈ ਸਿਆਣੀ। ਕਵੀ ਕਹਿ ਰਿਹਾ ਹੈ ਕਿ ਅੱਜ ਵੀ ਉਸ ਝੰਡੇ ਦੀਆਂ ਜੋ ਵਿਸ਼ਵ ਭਰ ਦੇ ਵਿੱਚ ਬਾਤਾਂ ਪਾਈਆਂ ਜਾਂਦੀਆਂ ਹਨ, ਕਿਸ ਝੰਡੇ ਦੀਆਂ? ਜਿਸ ਨੂੰ ਸ਼ਹੀਦਾਂ ਨੇ ਆਪਣਾ ਸੱਚਾ ਸੁੱਚਾ ਲਹੂ ਡੋਲ ਕੇ ਸਿੰਜਿਆ ਸੀ। ਇਸ ਝੰਡੇ ਦੀ ਅਜਿਹੀ ਕਹਾਣੀ ਪ੍ਰਚਲਿਤ ਹੋਈ ਜਾਂ ਦੁਨੀਆ ਦੇ ਵਿੱਚ ਚੱਲੀ ਕਿ ਸੁਣ ਸੁਣ ਖਲਕਤ ਹੋਈ ਸਿਆਣੀ।
ਇਸ ਝੰਡੇ ਦੀਆਂ ਭਾਵ ਇਸ ਸੰਘਰਸ਼ ਦੀਆਂ ਬਾਤਾਂ ਸੁਣ ਕੇ, ਕਹਾਣੀਆਂ ਸੁਣ ਕੇ, ਇਸ ਸੰਘਰਸ਼ ਦੇ ਇਤਿਹਾਸ ਨੂੰ ਸੁਣ ਕੇ ਵਿਸ਼ਵ ਦਾ ਹਰ ਮੁਲਕ ਜੋ ਹੈ ਉਹ ਸਿਆਣਾ ਹੋ ਗਿਆ। ਭਾਵ ਇਸੇ ਸੰਘਰਸ਼ ਤੋਂ ਹੀ ਰਹਿਨੁਮਾਈ ਲੈ ਕੇ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਸੰਘਰਸ਼ਰਤ ਲੋਕ ਜੋ ਹਨ ਉਹ ਆਪਣਾ ਸੰਘਰਸ਼ ਜੋ ਹਨ ਵਿੱਢਦੇ ਹਨ, ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਬੁਲੰਦ ਹੌਸਲਿਆਂ ਵਾਂਗ ਆਪਣੇ ਹੌਸਲਿਆਂ ਨੂੰ ਬੁਲੰਦ ਕਰਦੇ ਹੋਏ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਲਈ ਸੰਘਰਸ਼ਰਤ ਹੁੰਦੇ ਹਨ, ਬੇਖੌਫ ਹੋ ਕੇ, ਬਿਨਾਂ ਕਿਸੇ ਡਰ ਦੇ, ਭੈ ਦੇ ਪੂੰਜੀਵਾਦੀ ਨਿਜ਼ਾਮ ਦੇ ਨਾਲ ਟੱਕਰ ਲੈਣ ਦੇ ਲਈ, ਉਸ ਪੂੰਜੀਵਾਦੀ ਨਿਜ਼ਾਮ ਨੂੰ ਖ਼ਤਮ ਕਰਨ ਦੇ ਲਈ, ਉਹਨਾਂ ਦੁਆਰਾ ਕੀਤੇ ਗਏ ਜ਼ੁਲਮ ਜਾਂ ਤਸ਼ੱਦਦ ਨੂੰ ਸਹਿਣ ਕਰਨ ਦੇ ਜੋ ਹੌਸਲੇ ਵੀ ਹਨ ਉਹਨਾਂ ਨੂੰ ਇਹ ਅੰਦੋਲਨ ਜੋ 1886 ਈਸਵੀ ਦੇ ਵਿੱਚ ਸ਼ਿਕਾਗੋ ਸ਼ਹਿਰ ਦੇ ਵਿੱਚ ਮਜ਼ਦੂਰਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ, ਅੱਜ ਤੱਕ ਵਿਸ਼ਵ ਭਰ ਦੇ ਵਿੱਚ ਹੋਣ ਵਾਲੇ ਕਿਰਤੀ ਜਾਂ ਕਿਸਾਨਾਂ ਦੇ ਸੰਘਰਸ਼ ਦਾ ਇੱਕ ਰਹਿਨੁਮਾ ਬਣ ਜਾਂਦਾ ਹੈ। ਧਰਤੀ ਦੀ ਹਰ ਨੁੱਕਰ ਜਾਗੀ 1 ਮਈ ਦਾ ਦਿਵਸ ਮਨਾਉਂਦੀ, ਇਸ ਲਈ ਕਵੀ ਕਹਿ ਰਿਹਾ ਹੈ ਕਿ ਧਰਤੀ ਦੀ ਭਾਵ ਵਿਸ਼ਵ ਦਾ ਹਰ ਕੋਨਾ ਜੋ ਹੈ ਉਹ ਜਾਗਰੂਕ ਹੋ ਚੁੱਕਾ ਹੈ। ਕਿਸ ਤਰ੍ਹਾਂ ਕਿ ਪੂੰਜੀਪਤੀ ਨਿਜ਼ਾਮ ਜੋ ਹੈ ਉਹ ਕਿਰਤੀ ਵਰਗ ਦੇ ਹੱਕਾਂ ਦਾ ਜੋ ਹੈ ਉਹ ਹਥਿਆਰਾ ਹੈ, ਭਾਵ ਉਹਨਾਂ ਦੇ ਹੱਕਾਂ ਨੂੰ ਜੋ ਹੈ ਖਾ ਜਾਣ ਵਾਲਾ ਹੈ, ਉਹਨਾਂ ਦੇ ਹੱਕਾਂ ਦੇ ਨਾਲ ਜੋ ਹੈ ਉਹਨਾਂ ਦੇ ਹੱਕਾਂ ਨੂੰ ਖੋਹਣ ਵਾਲਾ ਹੈ। ਕਵੀ ਕਹਿ ਰਿਹਾ ਕਿ ਧਰਤੀ ਦੀ ਹਰ ਨੁੱਕਰ ਜਾਗੀ, ਧਰਤੀ ਦੇ ਕੋਨੇ 'ਤੇ ਸੰਘਰਸ਼ਰਤ ਲੋਕ ਜਿਹੜੇ ਨੇ, ਜਨ ਸਮੂਹ ਨੇ, ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਪੂੰਜੀਵਾਦੀ ਜੋ ਨਿਜ਼ਾਮ ਹਨ ਉਹ ਦੇਸ਼ ਦੇ ਕਿਸੇ ਵੀ ਜਾਂ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਣ, ਉਹ ਜੋ ਕਿਰਤੀ ਅਤੇ ਕਿਸਾਨ ਵਰਗ ਹਨ ਉਹ ਉਹਨਾਂ ਦੇ ਹਮਾਇਤੀ ਨਹੀਂ ਹਨ, ਉਹਨਾਂ ਦਾ ਸ਼ੋਸ਼ਣ ਕਰਨ ਵਾਲੇ ਹਨ। ਇਸ ਲਈ 1 ਮਈ ਦਾ ਦਿਵਸ ਮਨਾਉਂਦੀ। ਇਸ ਲਈ 1 ਮਈ ਨੂੰ ਜੋ ਹੈ ਮਜ਼ਦੂਰ ਦਿਵਸ ਦੇ ਰੂਪ ਦੇ ਵਿੱਚ ਵਿਸ਼ਵ ਦੇ ਹਰ ਕੋਨੇ ਦੇ ਵਿੱਚ ਮਨਾਇਆ ਜਾਂਦਾ ਹੈ, ਔਰ ਉਸ ਦਿਨ ਜੋ ਹੈ ਥਾਂ ਇਸ ਦਿਨ ਯਾਦ ਕਰਿੰਦੇ ਹੱਕ ਲਈ ਸਨ ਹੋਈਆਂ ਆਵਾਜ਼ਾਂ ਉੱਚੀਆਂ, ਔਰ ਉਹਨਾਂ ਮਜ਼ਦੂਰਾਂ ਨੂੰ, ਉਹਨਾਂ ਕਿਰਤੀਆਂ ਨੂੰ ਜੋ ਉਸ ਅੰਦੋਲਨ ਦਾ ਹਿੱਸਾ ਬਣੇ ਸਨ ਉਹਨਾਂ ਨੂੰ ਨਤਮਸਤਕ ਹੁੰਦੇ ਹਨ, ਉਹਨਾਂ ਦੀਆਂ ਗਾਥਾ ਗਾਈਆਂ ਜਾਂਦੀਆਂ ਹਨ, ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ। ਥਾਂ 'ਤੇ ਵਿਸ਼ਵ ਦੇ ਹਰ ਕੋਨੇ ਦੇ ਵਿੱਚ ਉਸ ਮਜ਼ਦੂਰ ਦਿਵਸ ਦੇ ਵਿੱਚ ਸ਼ਹੀਦ ਹੋਣ ਵਾਲੇ ਯੋਧਿਆਂ ਨੂੰ ਯਾਦ ਕੀਤਾ ਜਾਂਦਾ ਹੈ, ਉਹਨਾਂ ਦੇ ਜੋ ਹੌਸਲੇ ਹਨ ਉਹਨਾਂ ਨੂੰ ਸਜਦਾ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਦੀ ਬਦੌਲਤ ਹੀ ਜੋ ਹੈ ਵਿਸ਼ਵ ਭਰ ਦੇ ਮਜ਼ਦੂਰਾਂ ਨੂੰ ਹੱਕਾਂ ਦੀ ਪ੍ਰਾਪਤੀ ਹੋਈ ਹੈ। ਹੱਕ ਲਈ ਸਨ ਹੋਈਆਂ ਆਵਾਜ਼ਾਂ ਉੱਚੀਆਂ, ਕਿਉਂਕਿ 1886 ਈਸਵੀ ਨੂੰ ਕਿਰਤੀ ਕਿਸਾਨ ਅਤੇ ਮਜ਼ਦੂਰ ਵਰਗ ਦੇ ਹੱਕਾਂ ਦੇ ਲਈ ਆਵਾਜ਼ ਚੁੱਕੀ ਗਈ ਸੀ। ਇਸ ਤਰ੍ਹਾਂ ਸੰਤੋਖ ਸਿੰਘ ਧੀਰ ਨੇ ਮਜ਼ਦੂਰ ਦਿਵਸ ਜਾਂ ਮਈ ਦਿਨ ਕਵਿਤਾ ਦੇ ਵਿੱਚ ਜੋ ਹੈ ਜੋ ਮਜ਼ਦੂਰ ਵਰਗ ਸੀ ਉਹਨਾਂ ਦੀ ਇਤਿਹਾਸਕ ਮਹਾਨਤਾ ਦਾ ਵਰਣਨ ਕੀਤਾ ਹੈ ਕਿ ਇਸ ਦਿਨ ਤੋਂ ਪ੍ਰੇਰਨਾ ਲੈ ਕੇ ਅੱਜ ਵੀ ਵਿਸ਼ਵ ਦੇ ਹਰ ਕੋਨੇ ਦੇ ਵਿੱਚ, ਦੇਸ਼ ਦੇ ਵਿੱਚ, ਦੁਨੀਆ ਦੇ ਵਿੱਚ ਜੋ ਸੰਘਰਸ਼ ਹੋ ਰਹੇ ਹਨ, ਇਹ ਮਜ਼ਦੂਰ ਦਿਹਾੜਾ ਜੋ ਹੈ, ਮਜ਼ਦੂਰ ਜੋ ਕ੍ਰਾਂਤੀ ਹੋਈ ਸੀ ਉਸਦੇ ਸ਼ਹੀਦ ਜੋ ਹਨ, ਹਰ ਤਰ੍ਹਾਂ ਦੇ ਸੰਘਰਸ਼ਰਤ ਲੋਕਾਂ ਦੇ ਲਈ ਪ੍ਰੇਰਣਾ ਸਰੋਤ ਹੁੰਦੇ ਹਨ, ਕਿਉਂਕਿ ਉਹਨਾਂ ਦੁਆਰਾ ਵਿੱਢੇ ਗਏ ਸੰਘਰਸ਼ ਸਦਕਾ ਹੀ ਅੱਜ ਦੇਸ਼ ਦੁਨੀਆ ਦਾ ਮਜ਼ਦੂਰ ਵਰਗ ਜੋ ਹੈ, ਕਿਰਤੀ ਕਿਸਾਨ ਵਰਗ ਜੋ ਹੈ ਉਹ ਸੁੱਖ ਦੇ ਸਾਹ ਲੈ ਰਿਹਾ ਹੈ। ਔਰ ਅੱਜ ਵੀ ਜੇਕਰ ਦੇਸ਼ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਪੂੰਜੀਪਤੀ ਵਰਗ ਦੁਆਰਾ ਜਾਂ ਧਨਾਢਾਂ ਦੁਆਰਾ ਜਾਂ ਨਿਜ਼ਾਮ ਜਾਂ ਵਿਵਸਥਾ ਦੁਆਰਾ ਕਿਸੇ ਤਰ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਅਤੇ ਇਸ ਸੰਘਰਸ਼ ਤੋਂ ਪ੍ਰੇਰਨਾ ਲੈਂਦਾ ਹੋਇਆ ਜਨ ਸਮੂਹ ਜੋ ਹੈ ਸ਼ਾਂਤਮਈ ਅੰਦੋਲਨ ਵਿੱਢਦਾ ਹੈ, ਔਰ ਉਸ ਅੰਦੋਲਨ ਦੇ ਵਿੱਚ ਭਾਵੇਂ ਨਿਜ਼ਾਮ ਦੁਆਰਾ ਕਿੰਨੀਆਂ ਵੀ ਉਸ ਅੰਦੋਲਨ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ, ਉਹਨਾਂ ਦੇ ਰਾਹ ਦੇ ਵਿੱਚ ਰੋੜੇ ਅਟਕਾਏ ਜਾਣ, ਪਰ ਸੰਘਰਸ਼ਰਤ ਲੋਕ ਜਿਹੜੇ ਹੁੰਦੇ ਹਨ ਉਹ ਇੰਨੇ ਬੁਲੰਦ ਹੌਸਲਿਆਂ ਦੇ ਵਿੱਚ ਹੁੰਦੇ ਹਨ ਕਿ ਹਰ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਤੋੜਦਿਆਂ ਹੋਇਆਂ ਅੰਤ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਦੇ ਲਈ ਸਫਲ ਹੋ ਜਾਂਦੇ ਹਨ। ਧੰਨਵਾਦ।